ਤੇ ਮੇਰੀ ਉਸ ਵੇਲੇ ਹਾਲਤ ਹੁਣ ਤੇ ਬੜੀ ਅੱਛੀ ਹੈਗੀ। ਉਸ ਵੇਲੇ ਤੇ ਮੈਂ ਫੋਟੋ ਵੀ ਖਿਚਾਉਂਦਾ ਸਾਂ ਨਾ ਤੇ ਐਕਸਰੇ ਹੀ ਆਉਂਦਾ ਸੀ। ਕਮਜ਼ੋਰ ਮੈਂ ਬੜਾ ਸਾਂ, ਪਤਲਾ ਜਿਹਾ। ਮੇਰੀ ਮਾਂ ਨੂੰ ਕਿਸੇ ਨੇ ਮਸ਼ਵਰਾ ਦਿੱਤਾ ਕਿ ਇਹਦੀ ਛਾਤੀ ਜ਼ਰਾ ਚੌੜੀ ਕਰੋ, ਇਹਨੂੰ ਜ਼ਰਾ ਜਵਾਨ ਕਰੋ। ਮੇਰੀ ਮਾਂ ਕਹੇ ਕਿਸ ਤਰ੍ਹਾਂ ਕਰਾਂ, ਮੈਂ ਖਵਾਉਂਦੀ ਪਿਆਂਦੀ ਤੇ ਇਹਨੂੰ ਬੜੀ ਆ। ਉਹਨਾਂ ਨੇ ਕਿਹਾ ਇਹਦੀ ਮੰਗਣੀ ਕਰ ਦਿਓ, ਆ ਬੱਚਿਆਂ ਦੀ ਮੰਗਣੀ ਹੋ ਜਾਵੇ ਨਾ ਇਹ ਫਿਰ ਮੋਟੇ ਹੋ ਜਾਂਦੇ ਨੇ। ਪਹਿਲੇ ਤਾਂ ਮਾਸ਼ਾਅੱਲਾ 3 ਸਾਲ ਕੋਈ ਰਿਸ਼ਤਾ ਆਇਆ ਹੀ ਨਹੀਂ, ਤੇ ਜੇ ਕਿਸੇ ਮਾਈ ਨੂੰ ਕੋਈ 150 ਦੇ ਕੇ ਤੇ ਇੱਕ ਰਿਸ਼ਤਾ ਆ ਹੀ ਗਿਆ ਤੇ ਮੇਰੀ ਮਾਂ ਨੇ ਉਸ ਮਾਂ ਨੂੰ ਪੁੱਛਿਆ, ਉਹਨੇ ਕਿਹਾ ਬਾਜੀ ਮੁੰਡਾ ਵੇਖ ਲਿਆ? ਉਹ ਕਹਿੰਦੇ ਬਾਜੀ ਅਸੀਂ ਤੇ ਵੇਖ ਲਿਆ, ਹੁਣ ਕਿਸੇ ਡਾਕਟਰ ਨੂੰ ਵਿਖਾਓ। ਅੱਛਾ, ਮਾਵਾਂ ਮਾਸੂਮ ਹੁੰਦੀਆਂ ਨੇ। ਮੇਰੀ ਮਾਂ ਮੈਨੂੰ ਡਾਕਟਰ ਕੋਲ ਲੈ ਗਈ। ਡਾਕਟਰ ਨੇ ਮੈਨੂੰ ਵੇਂਦੇ ਹੀ ਕਿਹਾ, ਮਾਂ ਜੀ ਸੌਰੀ ਇਹਨੇ ਤੇ ਘੰਟਾ ਨਹੀਂ ਜੀ ਕੱਢਣਾ। ਲੇਕਿਨ ਜ਼ਿੰਦਗੀ ਔਰ ਮੌਤ ਅੱਲਾ ਦੇ ਇਖਤਿਆਰ 'ਚ ਸੀ। ਮੈਂ ਉੱਥੇ 1.5 ਘੰਟਾ ਕੱਢਿਆ। ਇਹਨੂੰ ਦੇਰ ਨੂੰ ਡਾਕਟਰਾਂ ਦਾ ਇੱਕ ਬੋਰਡ ਬੈਠਾ, ਉਸ ਬੋਰਡ ਨੇ ਇਹ ਫੈਸਲਾ ਕੀਤਾ ਕਿ ਇਹਨੂੰ ਹਫਤੇ ਦੇ ਵਿੱਚ ਇੱਕ ਨਾ ਗਲੂਕੋਜ਼ ਦੀ ਬੋਤਲ ਲਾਓ, ਵਿੱਚ ਕਾਫੀ ਸਾਰੇ ਤਾਕਤਵਰ ਇੰਜੈਕਸ਼ਨ ਪਾਓ। ਮੇਰੀ ਮਾਂ ਨੇ ਕਿਹਾ ਅਗਲੇ ਹਫਤੇ ਨੂੰ ਛੱਡੋ, ਹੁਣੇ ਹੀ ਸ਼ੁਰੂ ਕਰੋ। ਉਹ ਮਾਸ਼ਾਅੱਲਾ ਮੈਨੂੰ ਜਿਸਲੇ ਸੂਈ ਲੱਗੀ ਨਾ ਜੀ ਤੇ ਉਹਦੀ ਧਾਰ ਸਾਹਮਣੇ ਵਾਲੀ ਕੰਨ ਤੇ ਵੱਜੀ, ਕਿਉਂਕਿ ਉਹ ਬਾਂਹ ਹੀ ਐਡੀ ਸੀ, ਉਹ ਸੂਈ ਆਰ ਪਾਰ ਹੋ ਗਈ। ਉਹ ਫਿਰ ਕਿਧਰੇ ਮੈਗਨੀਫਾਈਨ ਗਿਲਾਸ ਦੇ ਨਾਲ ਉਹਨਾਂ ਨੇ ਨਾਲ ਲੱਭੀ ਤੇ ਉਹ ਜਿਸਲੇ ਮੈਨੂੰ ਸੂਈ ਲੱਗੀ ਨਾ ਜੀ ਤੇ ਤੁਹਾਡਾ ਸ਼ੇਰ ਬੇਹੋਸ਼ ਹੋ ਗਿਆ। ਪੌਣੇ ਘੰਟੇ ਬਾਅਦ ਮੈਨੂੰ ਹੋਸ਼ ਆਈ ਤੇ ਮੈਂ ਸਟੈਂਡ ਨਾਲ ਲਟਕਿਆ ਸਾਂ ਤੇ ਬੋਤਲ ਬੈੱਡ ਤੇ ਪਈ ਸੀ। ਮੈਂ ਫਿਰ ਹੋਸ਼ 'ਚ ਆ ਕੇ ਡਾਕਟਰ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਡਾਕਟਰ ਸਾਹਿਬ ਇਹ ਕੀ ਹੋ ਰਿਹਾ? ਉਹ ਕਹਿੰਦੇ ਨੇ ਪੁੱਤਰ ਬਹੁਤੀ ਲੱਗ ਗਈ ਸੀ, ਵਾਪਸ ਕੱਢ ਰਹੇ ਤੇਰੇ ਪਿੰਡੇ 'ਚ ਬੋਤਲ ਜਿੰਨੀ ਥਾਂ ਨਹੀਂ ਹੈਗੀ। ਤੇ ਸਮੁੰਦਰ ਦੀਆਂ ਲਹਿਰਾਂ ਬਾਹਰ ਵਾਲੇ ਪਾਸੇ ਆਉਂਦੀਆਂ ਨੇ ਤੇ ਜਦੋਂ ਮਗਰਬ ਦੀ ਅਜ਼ਾਨ ਹੁੰਦੀ ਹੈ ਤੇ ਸਮੁੰਦਰ ਦੀਆਂ ਲਹਿਰਾਂ ਅੰਦਰ ਵਾਲੇ ਪਾਸੇ ਜਾਂਦੀਆਂ ਨੇ ਤੇ ਤੁਹਾਡਾ ਸ਼ੇਰ ਗਿਆ ਹੀ ਮਗਰਬ ਦੇ ਟਾਈਮ ਤੇ। ਉਥੋਂ ਮੈਂ ਵੱਡੀ ਸਾਰੀ ਇੱਕ ਟੂਬ ਲੈ ਕੇ ਤੇ ਸਮੁੰਦਰ 'ਚ ਵੜ ਗਿਆ। ਉਹਨਾਂ ਨੇ ਮੇਰੇ ਵੱਲ ਟੂਬ ਸੁੱਟੀ, ਉਹ ਟੂਬ ਮੈਂ ਫੜੀ ਤੇ ਉਹਨਾਂ ਨੇ ਮੈਨੂੰ ਬਾਹਰ ਤੇ ਕੱਢ ਲਿਆ। ਲੇਕਿਨ ਉਹ ਜਵਾਨ ਬੜੇ ਤਗੜੇ ਸਨ, 6-6 ਫੁੱਟ ਦੇ। ਬੜਾ ਮੈਨੂੰ ਪਿਆਰ ਕੀਤਾ ਉਹਨਾਂ ਨੇ ਕਿਹਾ ਪਿਆਰੇ ਬੱਚੇ, अल्लाह ने इतनी खूबसूरत जिंदगी है दी है, ज़ाय करने जा रहे थे मेरे बच्चे, किसी छोटी जगह पे जाओ, ये समंदर है। वो प्यार करते करते जो मैंने बाहर ले आए ना जी, बाहर ले आके उन्होंने वो मैनू चपेड़ा मारियां। उन्होंने कहा तेन शर्म ना आई, तू साड़ी नींदर तबाह करती, गेट आउट फ्रॉम हेयर, आज तो बाद तू इत्थे नजर भी ना आवे। लो जी, वो भी एक उम्मीद खत्म हो गई। उधर कम से कम 16 फिल्में हैं जो मेरी उनके साथ साइन है। उन्होंने कहा जी हम आपके साथ बाईकाट करेंगे। मैं क्या तुहाडा मुंह ही नहीं बाईकाट करने लगा, वो बाईकाट तो असी करना है सर जी। उन्होंने फिल्म साढ़े तो बगैर चलती ही नहीं। उन्होंने साढ़े तो बगैर 9 फिल्मां बनाई ने, 9 दियां 9 फ्लॉप है। अल्लाह रब्बे कायनात ने पाकिस्तान की इस सरजमीन नूं इन्ना कुछ दिता है कि उन्होंने फिल्म के डायलॉग असी लिखने हैं, कॉमेडी असी लिखने हैं, उन्होंने BGM असी करने हैं, उन्होंने बैकग्राउंड म्यूजिक असी करने हैं। और जिन्नियां फिल्मां अज तक कीतियां ने सुपर डुपर हिट उन्होंने फिल्मां ने। 300 तो लैके 350 करोड़ रुपए की इन्वेस्टमेंट उन्होंने साडे उत्ते हैगी। वो साडे च फिल्म साडे तो बगैर फिल्म नहीं बना सकते। वो जंग किवें लड़ लड़नगे? जो खेल के मैदान में नहीं आते वो जंग के मैदान में भी नहीं आ सकते। मैं आप सबका शुक्रगुजार हूं कि आप सबकी मेहनत और ताकत और मोहब्बत की वजह से आज पाकिस्तान पूरी दुनिया में सुरखरू हुआ है। मैं जहां अपने फौजी जवानों का, अपने पूरे पाकिस्तानियों का शुक्रगुजार हूं, वहां मैं आप सबको आपकी पॉलिसी की वजह से सलूट पेश करता हूं।